ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਬਾਣੀ ਬਿਰਲੋ ਵਿਚਾਰਸੀ, ਜੇ ਕੋ ਗੁਰਮੁਖ ਹੋਏ। ਇਹ ਬਾਣੀ ਮਹਾਂਪੁਰਖ ਕੀ, ਨਿਜ ਘਰ ਵਾਸਾ ਹੋਏ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਿਜ ਸੁਭਾਏ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਘਰ ਦੂਜਾ ਮੋਰੀ ਰੁਣ ਝੁਨ ਲਾਇਆ, ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੀ ਜੀਵੜਾ, ਤਿਨਾ ਲੋਭੀ ਲੋਭ ਲੁਭਾਇਆ। ਮੋਰੀ ਰੁਣ ਝੁਨ ਲਾਇਆ, ਭੈਣੇ ਸਾਵਣ ਆਇਆ। ਤੇਰੇ ਮੁੰਦ ਕਟਾਰੀ ਜੀਵੜਾ, ਤਿਨਾ ਲੋਭੀ ਲੋਭ ਲੁਭਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਵਾਰੇ ਖਾਲਸਾ ਜੀ, ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰੇ। ਜਿਨ੍ਹਾਂ ਨੂੰ ਸਿੱਖਾਂ ਨੇ ਸੰਗਤਾਂ ਨੇ ਪਰਮੇਸ਼ਰ ਦਾ ਸਰਗੁਣ ਸਰੂਪ ਮੰਨ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਇਹਨਾਂ ਅਜ਼ਮਤਾਂ ਵਡਿਆਈਆਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦਿਆਂ, ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਦਿਆਂ, ਆਪਣੇ ਲੋਕ ਪਰਲੋਕ ਦੇ ਸੁਖ ਦਾਤੇ ਸਤਿਗੁਰੂ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ 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 ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ
ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕੀਤਾ ਹੈ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਕਿ ਜੋ ਸ਼੍ਰੀ ਹਰਿਮੰਦਰ ਸਾਹਿਬ ਦੇ ਵਿੱਚੋਂ ਪੋਥੀ ਪਰਮੇਸ਼ਰ ਕਾ ਥਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਸਾਨੂੰ ਅੱਜ ਆਵਾਜ਼ਾ ਬਖਸ਼ਿਆ ਹੈ। ਸ਼੍ਰੀ ਮੁੱਖ ਵਾਕ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ। ਉਸ ਦੀ ਵਿਚਾਰ ਦਾ ਸਮਾਂ ਹੈ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰ ਦੇ ਇੱਕ ਵਾਰ, ਸਾਰੇ ਉਚਾਰਨ ਕਰੋ ਜੀ ਸਤਨਾਮ ਵਾਹਿਗੁਰੂ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪਹਿਲਾ। ਘਰ ਦੂਜਾ। ਮੋਰੀ ਰੁਣ ਝੁਨ ਲਾਇਆ, ਭੈਣੇ ਸਾਵਣ ਆਇਆ। ਰਾਗ ਵਡਹੰਸ ਹੈ। ਰਾਗ ਮਾਨੋ ਭਾਂਡਾ, ਜਿਸ ਭਾਂਡੇ ਦੇ ਵਿੱਚ ਇਹ ਅੰਮ੍ਰਿਤ ਪਦਾਰਥ ਪਰੋਸਿਆ ਹੈ। ਬਾਣੀ ਦੇ ਉਚਾਰਨ ਕਰਤਾ ਇਸ ਅੰਮ੍ਰਿਤ ਸ਼ਬਦ ਦੀ ਬਖਸ਼ਿਸ਼ ਕਰਨ ਵਾਲੇ ਸਤਿਗੁਰੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹਨ। ਔਰ ਸੱਚੇ ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 557 558 ਅੰਗ ਤੇ ਸੁਸ਼ੋਭਿਤ ਹੈ। ਘਰ ਦੂਜਾ ਹੈ। ਇਹ ਜਿਹੜੇ ਕੀਰਤਨ ਕਰਨ ਵਾਲੇ ਗੁਰੂ ਕੇ ਕੀਰਤਨੀਏ ਨੇ, ਉਹਨਾਂ ਦੇ ਵਾਸਤੇ ਇਹ ਹਦਾਇਤ ਹੈ ਕਿ ਇਸ ਨੂੰ ਦੂਜੇ ਘਰ ਵਿੱਚ ਗਾਉਣਾ ਹੈ। ਤੁਸੀਂ 17 ਘਰਾਂ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਜ਼ਿਕਰ ਆਉਂਦਾ ਹੈ। ਮੋਰੀ ਰੁਣ ਚੁਣ ਲਾਇਆ, ਭੈੜੇ ਸਾਵਣ ਆਇਆ। ਮਹੀਨਾ ਆ ਗਿਆ ਸਾਵਣ ਦਾ। ਹੁਣ ਮੋਰ ਬਬੀਹੇ ਬੋਲਦੇ, ਵੇਖ ਬੱਦਲ ਕਾਲੇ। ਪ੍ਰਕਿਰਤੀ ਦਾ, ਕੁਦਰਤ ਦਾ ਇੱਕ ਸੱਚ, ਇੱਕ ਦ੍ਰਿਸ਼, ਇੱਕ ਵਰਤਾਰਾ ਕਿ ਸਾਵਣ ਦੇ ਮਹੀਨਾ ਆਉਂਦਿਆਂ ਹੀ ਜਿਹੜੇ ਮੋਰ ਨੇ ਉਹਨਾਂ ਨੇ ਗੀਤ ਗਾਉਣੇ, ਕੂਕਣਾ, ਪਹਿਲਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ। ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੀਵੜਾ। ਤਿਨ ਲੋਭੀ ਲੋਭ ਲੁਭਾਇਆ। ਇਹ ਭੈਣ, ਇਹ ਮਹੀਨਾ ਆ ਗਿਆ, ਪਰ ਇਹਦੇ ਵਿੱਚ ਇਹ ਜਿਹੜਾ ਕੁਦਰਤ ਦਾ ਦ੍ਰਿਸ਼ ਹੈ, ਕੁਦਰਤ ਦੀ ਜਿਹੜੀ ਸੁੰਦਰਤਾ ਹੈ, ਇਸਨੇ ਕਟਾਰ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਕਿ ਮੇਰੇ ਅੰਦਰ ਪਰਮਾਤਮਾ ਨੂੰ ਮਿਲਣ ਦਾ ਚਾਅ ਪੈਦਾ ਹੁੰਦਾ ਹੈ। ਅਸਲ ਵਿੱਚ ਦੁਨੀਆ ਦੇ ਵਿੱਚ ਹਰ ਗੱਲ ਨੂੰ ਸਮਝਣ ਦਾ, ਹਰ ਗੱਲ ਨੂੰ ਵੇਖਣ ਦਾ, ਹਰ ਗੱਲ ਨੂੰ ਕਰਨ ਦਾ, ਇਹ ਮਨੁੱਖ ਦੇ ਜਿਹੜਾ ਅੰਦਰ ਦਾ ਭਾਵ ਹੈ, ਜਿਹੜੀ ਉਹਦੀ ਮਨੋਬਿਰਤੀ ਹੈ, ਮਨੋ ਅਵਸਥਾ ਹੈ, ਇਹ ਉਹਦੇ ਤੇ ਨਿਰਭਰ ਕਰਦਾ ਹੈ ਕਿ ਤੁਸੀਂ ਕਿਸ ਅਵਸਥਾ ਦੇ ਵਿੱਚ ਜਿਉਂਦੇ ਹੋ। ਜਦੋਂ ਸੱਚੇ ਪਾਤਸ਼ਾਹ ਜੀ ਦੀ ਬਾਣੀ ਪੜ੍ਹੀ ਦੀ ਹੈ ਤੇ ਮਹਾਰਾਜ ਨੇ ਇੱਥੋਂ ਤੱਕ ਯੁੱਗਾਂ ਦਾ ਵਰਣਨ ਕੀਤਾ ਹੈ
ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਜਦੋਂ ਤੁਸੀਂ ਤ੍ਰਿਸ਼ਨਾ ਦੇ ਵਿੱਚ ਜਿਉਨੇ ਹੋ ਤਾਂ ਝੂਠ ਤੁਹਾਡੀ ਅਗਵਾਨੀ ਕਰਦਾ ਹੈ, ਫਿਰ ਤੁਸੀਂ ਕਲਯੁਗੀ ਹੋ। ਸਤਜੁਗ ਰਥ ਸੰਤੋਖ ਕਾ ਧਰਮ ਅਗੇ ਰਥਵਾ। ਜਦੋਂ ਸੰਤੋਖ ਦੇ ਵਿੱਚ ਜ਼ਿੰਦਗੀ ਜਿਉਨੇ ਹੋ ਤੇ ਧਰਮ ਤੁਹਾਡੀ ਅਗਵਾਨੀ ਕਰਦਾ ਹੈ, ਤੇ ਅੱਜ ਵੀ ਤੁਸੀਂ ਸਤਜੁਗੀ ਹੋ। ਇਹ ਹੁਣ ਤੁਹਾਡੀ ਆਪਣੀ ਅਵਸਥਾ ਤੇ ਹੈ ਕਿ ਮੋਰਾਂ ਦੀ ਜਿਹੜੀ ਇਹ ਰੁਣ ਚੁਣ ਕਰਨ ਵਾਲੀ, ਗੀਤ ਗਾਉਣ ਵਾਲੀ, ਕੂਕਣ ਵਾਲੀ, ਪਹਿਲਾ ਪਾਉਣ ਵਾਲੀ ਅਵਸਥਾ ਜਿਹੜੀ ਹੈ ਉਹ ਤੁਹਾਨੂੰ ਕਿਸ ਪਾਸੇ ਪ੍ਰੇਰਦੀ ਹੈ। ਅਮੂਮਨ ਆਪਾਂ ਸੰਸਾਰੀ ਆ, ਆਪਾਂ ਕੀ ਕਹਿੰਦੇ ਆ, ਸਾਵਣ ਦਾ ਮਹੀਨਾ ਆ ਗਿਆ, ਹੋਰ ਨਹੀਂ ਤੇ ਖੀਰ ਪੂੜੇ ਹੀ ਬਣਾ ਲਓ, ਮੀਂਹ ਪੈਣ ਲੱਗ ਗਿਆ ਜੀ ਪਕੌੜੇ ਹੀ ਕੱਢ ਲਓ, ਕਿਉਂਕਿ ਅਵਸਥਾ ਦੁਨਿਆਵੀ ਹੈ। ਤੇ ਉੱਦਾਂ ਦੇ ਸਾਡੇ ਸਮਝਣ ਦੇ, ਉੱਦਾਂ ਦੇ ਸਾਡੇ ਕੁਝ ਪ੍ਰਾਪਤ ਕਰਨ ਦੇ ਤਰੀਕੇ ਵੀ ਬਦਲ ਜਾਂਦੇ ਨੇ। ਪਰ ਇੱਥੇ ਪਰਮਾਤਮਾ ਦੇ ਮਿਲਾਪ ਦੀ ਸਿੱਖ ਹੈ, ਤਾਂਘ ਹੈ। ਹਾਂਜੀ, ਤੇਰੇ ਦਰਸ਼ਨ ਵਿਟਹੁ ਖੰਨੀਐ ਵਈਆਂ, ਤੇਰੇ ਨਾਮ ਵਿਟਹੁ ਕੁਰਬਾਨੋ। ਪਰਮਾਤਮਾ ਮੈਂ ਤੇਰੇ ਦਰਸ਼ਨਾਂ ਤੋਂ ਸਦਕੇ ਜਾਂਦਾ ਹਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਂਦਾ ਹਾਂ। ਹਾਂਜੀ, ਜਾ ਤੂੰ ਤਾ ਮੈਂ ਮਾਨ ਕੀਆ ਹੈ, ਤੁਧ ਬਿਨ ਕਿਹਾ ਮੇਰਾ ਮਾਣੋ। ਜੇ ਤੂੰ ਹੈ ਤਾਂ ਮੈਂ ਤੇਰੇ ਤੇ ਮਾਣ ਕੀਤਾ ਹੈ, ਜੇ ਤੂੰ ਮੇਰਾ ਹੀ ਨਹੀਂ ਹੈ ਤੇ ਮੇਰਾ ਮਾਣ ਵੀ, ਮੇਰਾ ਹੱਕ ਵੀ ਕਾਹਦਾ ਹੈ? ਫਿਰ ਮੈਂ ਤੇਰੇ ਤੇ ਕੀ ਦਾਈਆ ਕਰ ਸਕਦਾ ਹਾਂ। ਹਾਂਜੀ, ਚੂੜਾ ਭੰਨ ਪਲੰਗ ਸਿਉ ਮੁੰਦੇ, ਸਣ ਬਾਹੀ ਸਣ ਬਾਹਾ। ਇਹ ਜਿਹੜਾ ਹੱਥਾਂ ਵਿੱਚ ਪਾਇਆ ਚੂੜਾ ਹੈ, ਪਲੰਗ ਹੈ, ਕਹਿੰਦੇ ਭੈਣੇ ਇਸ ਨੂੰ ਤੋੜ ਦੇ। ਪਲੰਗ ਦੀਆਂ ਬਾਹੀਆਂ ਵੀ ਤੋੜ ਦੇ, ਇਸ ਚੂੜੇ ਨੂੰ ਵੀ ਤੋੜ ਦੇ। ਹਾਂਜੀ, ਏਤੇ ਵੇਸ ਕਰੇਂਦੀਏ ਮੁੰਦੇ, ਸਹੋਰਾ ਤੋ ਅਵਰਾਹਾ। ਇੰਨੇ ਦੁਨਿਆਵੀ ਵੇਸ ਕਰਨ ਵਾਲੀਏ ਭੈਣੇ, ਜਿਹੜਾ ਤੇਰਾ ਪਤੀ ਪਰਮਾਤਮਾ ਹੈ ਉਹ ਤੇ ਖੋਰਾਂ ਦੇ ਨਾਲ ਰਤਿਆ ਹੋਇਆ ਹੈ, ਉਹ ਤੇ ਉਹਨਾਂ ਦੇ ਪਿਆਰ ਵਿੱਚ ਪ੍ਰਸੰਨ ਹੈ। ਤੇਰੇ ਕੀਤੇ ਸ਼ਿੰਗਾਰ ਤਾਂ ਕਿਤੇ ਕੰਮ ਹੀ ਨਹੀਂ ਆਏ। ਹਾਂਜੀ, ਨਾ ਮਣਿਆਰ ਨਾ ਚੂੜੀਆ, ਨਾ ਸੇ ਵੰਗੁੜੀਆ। ਇਹ ਵੰਗਾਂ, ਇਹ ਚੂੜੀਆਂ, ਇਹ ਮੁਨਿਆਰ ਤੇਰੇ ਤੇ ਕਿਸੇ ਕੰਮ ਨਹੀਂ ਆਇਆ। ਵੇਖੋ, ਧਰਮ ਦੀ ਦੁਨੀਆ ਦੇ ਵਿੱਚ ਇੱਕ ਗੱਲ ਸਾਨੂੰ ਬਾਰ-ਬਾਰ ਸਮਝਾਈ ਜਾਂਦੀ ਹੈ ਕਿ ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿ ਨਹੀਂ ਗੁਣੀ। ਜਾਓ ਕਿਸੇ ਵਿਆਹੀ ਹੋਈ ਭੈਣ ਨੂੰ, ਸੁਹਾਗਵੰਤੀ ਨੂੰ, ਕਿਉਂਕਿ ਗੁਰਬਾਣੀ ਦੇ ਵਿੱਚ ਇਸਤਰੀ ਦੇ 3 ਰੂਪ ਆਉਂਦੇ ਨੇ। ਗੁਣਵੰਤੀ ਵੀ ਆਉਂਦਾ ਹੈ, ਕੁਚੱਜੀ ਵੀ ਆਉਂਦਾ ਹੈ, ਸੁਚੱਜੀ ਵੀ ਆਉਂਦਾ ਹੈ। ਹੁਣ 3 ਰੂਪ ਨੇ ਇੱਥੇ। ਕੁਲੱਖਣੀ ਵੀ ਆਉਂਦਾ ਹੈ, ਸੁਲੱਖਣੀ ਵੀ ਆਉਂਦਾ ਹੈ, ਇੱਥੇ ਸੁਹਾਗਣ ਵੀ ਆਉਂਦਾ ਹੈ, ਦੁਹਾਗਣ ਵੀ ਆਉਂਦਾ ਹੈ, ਨਾਰ ਵੀ ਆਉਂਦਾ ਹੈ, ਕੁਨਾਰ ਵੀ ਆਉਂਦਾ ਹੈ। ਸਾਨੂੰ ਬਾਰ-ਬਾਰ ਇੱਕ ਗੱਲ ਸਮਝਾਈ ਜਾਂਦੀ ਹੈ ਵੀ ਤੁਸੀਂ ਉਹਨਾਂ ਨੂੰ ਜਾ ਕੇ ਪੁੱਛੋ ਜਿਨ੍ਹਾਂ ਨੇ ਪਰਮਾਤਮਾ ਨੂੰ ਪ੍ਰਾਪਤ ਕੀਤਾ ਹੈ। ਤੇ ਫਿਰ ਉੱਥੋਂ ਜਵਾਬ ਵੀ ਮਿਲਦਾ, ਇਹ ਆਨੜੀਏ ਮਾਨੜਾ ਕਾਏ ਕਰੇ, ਆਪਨੜੇ ਘਰ ਹਰ ਰੰਗੋ ਕੀ ਨਾ ਮਾਣੇ। ਸ਼ੌਹ ਨੇੜੇ ਧਨ ਕਮਲੀਏ। ਪਰਮਾਤਮਾ ਇੰਨਾ ਦੂਰ ਥੋੜਾ ਹੈ ਕਿ ਤੁਹਾਨੂੰ ਪਹਾੜਾਂ ਤੇ ਚੜ੍ਹਨਾ ਪੈ ਜਾਏ, ਤੁਹਾਨੂੰ ਜੰਗਲਾਂ ਵਿੱਚ ਜਾਣਾ ਪੈ ਜਾਏ।
ਹੁਣ ਪਰਮਾਤਮਾ ਦੇ ਨਾਂ ਤੇ ਮਨੁੱਖ ਨੇ ਕੀ ਨਹੀਂ ਕੀਤਾ। ਜਿੰਨੇ ਧਰਮ ਕਰਮ ਨਿਯਤ ਕੀਤੇ ਗਏ ਨੇ, ਹੁਣ ਇੱਕ ਸ਼ਬਦ ਆਉਂਦਾ ਹੈ ਕਿ ਕਰਮ ਧਰਮ ਪਖੰਡ ਜੋ ਦਿਸ ਹੈ। ਉਹ ਕਰਮ ਜਿਨ੍ਹਾਂ ਨੂੰ ਧਰਮ ਦਾ ਨਾਂ ਦੇ ਦਿੱਤਾ ਗਿਆ, ਜਿਨ੍ਹਾਂ ਨੂੰ ਧਰਮ ਦੀ ਸੰਗਿਆ ਦੇ ਦਿੱਤੀ ਗਈ, ਮਹਾਰਾਜ ਕਹਿੰਦੇ ਤੇ ਬਹੁਤੇ ਤਾਂ ਪਖੰਡੀ ਨੇ ਭਾਈ। ਧਰਮ ਦੇ ਮਾਰਗ ਤੇ ਤੁਰਦਿਆਂ ਚੇਤਾ ਰੱਖਣਾ ਕਿ ਜਦੋਂ ਜੰਮ ਨੇ ਟੈਕਸ ਲਾਉਣਾ ਹੈ, ਜਗਾਤ ਲਾਉਣਾ ਹੈ, ਤਾਂ ਇਹਦੇ ਵਿੱਚੋਂ ਕੁਝ ਵੀ ਨਹੀਂ ਨਿਕਲਣਾ। ਮੈਂ ਹਮੇਸ਼ਾ ਬੇਨਤੀ ਕਰਦਾ, ਕਿਉਂਕਿ ਵਿਦੇਸ਼ਾਂ ਤੋਂ ਆਉਂਦਿਆਂ ਜਾਂਦਿਆਂ ਵੇਖੀਦਾ ਕਿ ਲੋਕ ਨਾ ਬੜਾ ਸਾਰਾ ਸਮਾਨ ਟੈਚੀਆਂ 'ਚ ਭਰ ਲੈਂਦੇ ਨੇ, ਲਗਜ ਵਿੱਚ ਭਰ ਲੈਂਦੇ ਨੇ। ਅੱਗੇ ਜਾਂਦੇ ਨੇ ਤੇ ਪਹਿਲਾਂ ਤੇ ਉਹ 에ਅਰਲਾਈਨ ਵਾਲੇ ਕਹਿੰਦੇ ਜੀ ਭਾਰ ਜ਼ਿਆਦਾ ਇਹਦਾ, ਇਹ ਇੰਨੇ 1000 ਰੁਪਏ ਕਿਲੋ ਖਰਚਾ ਆਏਗਾ। ਉਹ ਫਿਰ ਸਾਰੇ ਕਹਿੰਦੇ ਨੇ ਵੀ ਇੰਨੇ ਦਾ ਤਾਂ ਸਮਾਨ ਨਹੀਂ ਹੈਗਾ। ਉਹ ਕਹਿੰਦੇ ਵੀ ਨਹੀਂ ਹੈਗਾ ਤਾਂ ਕੱਢ ਦਿਓ। ਇੱਥੇ ਬਸ ਨਹੀਂ। ਫਿਰ ਉਹ ਜਿਹੜੇ ਉੱਥੇ ਕਸਟਮ ਵਾਲੇ ਨੇ ਅੱਗੇ ਆ ਕੇ ਉਹ ਟੈਚੀ ਖਿਲਾ ਲੈਂਦੇ ਨੇ। ਉਹ ਕਹਿੰਦੇ ਵੀ ਇੰਨੀ ਡਿਊਟੀ ਬਣਦੀ। ਉਹ ਕਹਿੰਦੇ ਜੀ ਡਿਊਟੀ ਇੰਨੇ ਦਾ ਤਾਂ ਸਮਾਨ ਨਹੀਂ ਹੈਗਾ। ਕਹਿੰਦੇ ਛੱਡ ਦਿਓ ਫਿਰ ਇੱਥੇ। ਕਿੰਨੇ 100 ਸਾਲ ਪਹਿਲਾਂ ਗੁਰੂ ਨੇ ਦੱਸਿਆ ਵੀ ਤੁਹਾਨੂੰ ਜਮਾਂ ਨੇ ਵੀ ਜਗਾਤ ਲਾਉਣਾ ਹੈ। ਇਹ ਨਾ ਹੋਵੇ ਵੀ ਐਵੇਂ ਕੂੜ ਦਾ ਸਮਾਨ ਇਕੱਠਾ ਕੀਤਾ ਫਿਰ ਤੁਹਾਨੂੰ ਉੱਥੇ ਸੁੱਟ ਕੇ ਛੱਡ ਕੇ ਜਾਣਾ ਪਵੇ। ਵੀ ਕੋਈ ਐਸੀ ਚੀਜ਼ ਇਕੱਠੀ ਕਰੋ ਜਿਹੜੀ ਤੁਹਾਡੇ ਕੰਮ ਦੀ ਵੀ ਹੋਵੇ, ਜਿਹੜੀ ਤੁਹਾਡੇ ਨਾਲ ਵੀ ਜਾ ਸਕਦੀ ਹੋਵੇ। ਤੋ ਇਸ ਕਰਕੇ ਇਹ ਗੱਲ ਜਿਹੜੀ ਬਾਰ-ਬਾਰ ਸਮਝਾਈ ਜਾ ਰਹੀ ਵੀ ਇੰਨੇ ਭੇਖ ਕਰਨ ਦਾ ਕੀ ਫਾਇਦਾ। ਅੱਜ ਤੁਸੀਂ ਵੇਖੋ ਧਰਮ ਦੇ ਨਾਂ ਤੇ ਕਿੰਨੇ ਰੰਗਾਂ ਦੇ ਲੋਕ ਕੱਪੜੇ ਪਾਉਂਦੇ ਨੇ, ਕਿੰਨੇ ਤਰ੍ਹਾਂ ਦੇ ਲੋਕ ਤਿਲਕ ਲਾਉਂਦੇ ਨੇ, ਕਿੰਨੇ ਤਰ੍ਹਾਂ ਦੇ ਲੋਕ ਸ਼ਿੰਗਾਰ ਕਰਦੇ ਨੇ। ਵੱਖਰਾ ਵੱਖਰਾ ਢੰਗ ਹੈ। ਹਰ ਮਨੁੱਖ ਆਪਣੇ ਤਰੀਕੇ ਦੇ ਨਾਲ ਰੱਬ ਨੂੰ ਪਾਉਣ ਦਾ ਯਤਨ ਵੀ ਕਰਦਾ ਹੈ ਤੇ ਦੱਸਦਾ ਵੀ ਹੈ ਕਿ ਜਿਹੜਾ ਤਰੀਕਾ ਮੇਰੇ ਕੋਲ ਹੈ ਉਹੀ ਸਭ ਤੋਂ ਵਧੀਆ ਹੈ। ਮਹਾਰਾਜ ਕਹਿੰਦੇ ਨੇ ਨਹੀਂ, ਇਹ ਮੁਨਿਆਰ, ਇਹ ਚੂੜੀਆਂ, ਇਹ ਵੰਗੜੀਆਂ, ਇਹ ਤਿਲਕ, ਇਹ ਮਾਲਾ, ਇਹ ਤੇਰੀ ਧਾਰਮਿਕ ਪਹਿਰਾਵੇ ਦੀ ਜਿੰਨੀ ਪ੍ਰਕਿਰਿਆ ਹੈ ਇਹ ਸਾਰੀ ਫਿਜ਼ੂਲ ਹੈ, ਇਹ ਵਿਅਰਥ ਹੈ। ਹਾਂਜੀ। ਜੋ ਸਹਿ ਕੰਠ ਨ ਲੱਗੀਆ ਜਲਣ ਸੇ ਬਾਹੜਿਆਹ। ਜਿਨ੍ਹਾਂ ਬਾਹਾਂ ਦੇ ਵਿੱਚ ਪਤੀ ਪਰਮਾਤਮਾ ਪ੍ਰਾਪਤ ਨਹੀਂ ਹੋਇਆ, ਕੀ ਅੱਗ ਲਾਉਣੀ ਉਹਨਾਂ ਬਾਹਾਂ ਨੂੰ? ਉਹਨਾਂ ਬਾਹਾਂ ਦੇ ਕੀਤੇ ਸ਼ਿੰਗਾਰ ਕੀ ਕਰਨੇ ਨੇ? ਹਾਂਜੀ। ਸਭ ਸਹੀਆ ਸਹੁਰਾਵਨ ਗਈਆ ਹਉ ਦਾਦੀ ਕੈ ਦਰ ਜਾਵਾ। ਸਾਰੀਆਂ ਸਹੀਆਂ ਜਿਹੜੀਆਂ ਨੇ ਉਹ ਆਪਣੇ ਪਤੀ ਪਰਮਾਤਮਾ ਨੂੰ ਪ੍ਰਸੰਨ ਕਰਨ ਗਈਆਂ ਨੇ। ਮੈਂ ਕਿੱਥੇ ਜਾਵਾਂ? ਮੋਰਾਂ ਨੇ ਤੇ ਰੁਣ ਚੁਣ ਲਾ ਲਿਆ, ਸਾਵਣ ਆ ਗਿਆ, ਪਰ ਮੇਰੇ ਕੀਤੇ ਸ਼ਿੰਗਾਰ ਤਾਂ ਕਿਸੇ ਕੰਮ ਨਹੀਂ ਆਏ। ਹਾਂਜੀ। ਅੰਬਾਲੀ ਹਉ ਖਰੀ ਸੁਚੱਜੀ ਤੈ ਸਹਿ ਏਕ ਨਾ ਭਾਵਾ। ਪਰ ਮੈਂ ਭੈਣੇ ਖਰੀ ਸੁਚੱਜੀ, ਪਰ ਜੇ ਮੈਂ ਉਸ ਪਰਮਾਤਮਾ ਨੂੰ ਭਾਉਂਦੀ ਹੀ ਨਹੀਂ। ਵੇਖੋ ਮੇਰੀ ਹਮੇਸ਼ਾ ਬੇਨਤੀ ਹੈ ਕਿ ਆਪਾਂ ਪਾਠ ਦੀ ਗਿਣਤੀ ਵਿੱਚ ਚਲੇ ਗਏ। ਹੁਣ ਇੱਕ ਸ਼ਬਦ ਜਪਜੀ ਸਾਹਿਬ ਦਾ ਕਿ ਤੀਰਥ ਨਾਵਾਂ ਜੇ ਤਿਸ ਭਾਵਾ, ਵਿਣ ਭਾਣੇ ਕੇ ਨਾਏ ਕਰੀ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਨਾਓ। ਉਹ ਹਰ ਕਾਰਜ ਤੁਹਾਡਾ ਮੁਬਾਰਕ ਹੈ, ਹਰ ਪ੍ਰਕਿਰਿਆ ਤੁਹਾਡੀ ਮੁਬਾਰਕ ਹੈ, ਹਰ ਰਹਿਤ ਤੁਹਾਡੀ ਮੁਬਾਰਕ ਹੈ। ਉਹ ਵੇਲਾ, ਉਹ ਭਗਤੀ, ਉਹ ਤਰੀਕਾ ਤੁਹਾਡਾ ਪ੍ਰਵਾਨ ਹੈ ਜਿਹੜਾ ਰੱਬ ਨੂੰ ਭਾਉਂਦਾ ਹੈ। ਇਸੇ ਕਰਕੇ ਸਾਨੂੰ ਬਾਰ-ਬਾਰ ਕਿਹਾ ਜਾਂਦਾ ਹੈ ਵੀ ਗੁਰੂ ਨੂੰ ਪੁੱਛੋ ਜਾ ਕੇ। ਬੜੀ ਛੋਟੀ ਜਿਹੀ ਜ਼ਿੰਦਗੀ ਹੈ ਤੁਹਾਡੀ, ਤੁਸੀਂ ਇਹਨੂੰ ਲੈਬੋਰਟਰੀ ਕਿਉਂ ਬਣਾਉਂਦੇ ਹੋ? ਤੁਸੀਂ ਇਹਦੇ ਵਿੱਚ ਜਿਵੇਂ ਉਹ ਸਾਇੰਸ ਵਾਲੇ ਲੋਕ ਕਰਦੇ ਨੇ ਕਿ ਉਹ ਜਾ ਕੇ ਲੈਬੋਰਟਰੀ ਦੇ ਵਿੱਚ ਵੱਖਰੇ ਵੱਖਰੇ ਕੈਮੀਕਲ ਪਾ ਕੇ ਉਹ ਐਕਸਪੈਰੀਮੈਂਟ ਕਰਦੇ ਰਹਿੰਦੇ ਨੇ, ਤਜਰਬੇ ਕਰਦੇ ਰਹਿੰਦੇ ਨੇ। ਉਸ ਲੈਬ ਦਾ ਕੀ ਫਾਇਦਾ ਜਿੱਥੇ ਤੁਹਾਡੀ ਜ਼ਿੰਦਗੀ ਆਪਣੇ ਕੋਲ ਸਮਾਂ ਕਿੰਨਾ ਹੈ?
मैं तो रात भी बंगला साहब बेनती कर रहा सी कि 14 साल गुरु नानक साहब महाराज ने अपने माता पिता के नाल परिवार विच गुजारे। अज मैनू तुसीं दस दिओ किहदा बच्चा है 14 साल तक 10वीं पास हो जाती है। किहड़ा माँ प्यो बच्चों नाल रहा तो किहदे बच्चे माँ प्यो नाल रहे ने, तो फिर वो कहण कि बच्चों के संस्कार पता नहीं किदां दे ने। 17 साल सतगुरु अपने परिवार विच रहे, हटी भी की, मोदी खाना भी चलाया, माता सुलखणी दे नाल अपने गुरु पिता जी अपने बच्चों लाला दे नाल साहिबजादियां दे नाल सुल्तानपुर रहे। 21 साल उन्होंने यात्रावां कीतियां ने। 18 साल फिर घर में आके रहे तो खेती की है। 17 साल नौकरी की है। असीं तो 1 2 3 4 5 7 8 9 10 11 12 13 13 13 13 तो सोचा भी बाबे ने तकड़ी रख दी, काम हो गया। मेरा जिहड़ा मदांता हॉस्पिटल है ना, उहदा जिहड़ा मालक है, एक कई मालक ने, उहदे चों एक मेरा भरा बनया होया, दोस्त है मेरा। वो बड़ी सोहनी गल कहंदा है, कहता ज्ञानी जी बंदे की उम्र 70 साल ही है। कहता इदू बाद जिहड़ी है, कहता ये तो साडे काम दी है, जां ते फिर वो टेस्ट कराई जाएगा, जां सर्जरियां कराई जाएगा, जां दवाई खाई जाएगा। हुण 70 साल की जिंदगी का तुहाडे कोल एक चार्ट है और गुरु नानक साहब तुहानूं बना के दे गए ने। आपां कित्थे खलोते हैं, किहड़े गुरु नूं मनदे आ? जदों भी कोई आदमी काम करदा ते असीं उहनूं पुछदे आ ना भी तेरा मास्टर कौन है, ये तू किहदे तो सिੱਖਿਆ, तैनूं किहने सिखाया है? अज दे सिੱਖ नूं जदों आपां सब अडंबर करदिआं वेखदे आ, फिर समझ आउंदी है भी ये तो गुरु नानक साहब महाराज दे शायद ये घर दे नेड़े तेड़े भी नहीं हैगा। दुनिया चाहुंदी सी, संसार चाहुंदा सी, लिखिया भी अंग्रेज बहुत सारे राइटरां ने कि जिहड़ा दरिया गुरु नानक साहब जी तो भगती का शुरू होया, वो 6वें गुरु के वेले आके सुक गया। फिर जंग युद्ध आ गए, शस्त्र आ गए। अच्छा असीं भी इहनूं मन लिया, असीं भी इहनूं इदां ही प्रचारना शुरू कर दिता। जदों कि सानूं ये चाहिदा सी कि दसना चाहिदा सी कि जोत उही है, जुगत उही है, घर उही है, दर उही है और सिद्धांत उही है। ये गुरु नानक साहब जी ने आख्या सी कि जे जीवै पत लथी जाए, सब हराम जेता किश खाए। आसा किहदे हत्थ विच सी? गुरु नानक साहब दे हत्थ विच सी ना। आपां क्यों नहीं मुड़ के जिक्र किया? असीं सैली टोपी का प्रचार किया, सैली माला सी। सैली हुंदा कपड़ा जिहड़ा गल च पाया, माला जिहड़ी है तुसीं सिमरना तुहाडा है। आपां उहनूं सैली टोपी दे नाल ते प्रचार दिता। जिहड़ी गल दुश्मन चाहुंदा सी, असीं उहनूं आप ही प्रवान कर लिया। अज तुसीं वेखो भी हर आदमी कहंदा भी इबादत तो बिना शहादत नहीं है। अच्छा हुण नाले कही जाते जी इबादत इदां करो भी तुहानूं पासपोर्ट मिल जाए, तुहानूं वीज़ा लग जाए, तुहाडा बच्चा बाहर चला जाए, इस गुरुद्वारे जाके इन्ने दिन मत्था टेको, इस पाठ नूं इन्ने दिन करो। अज जिस महान पुरख दा, महान शहीद दा दुनिया दीयां तवारीखां पढ़ो, शहीद बाबा दीप सिंह वर्गा शहीद धरती ते किते नहीं हैगा, जिहड़ा सीस तली ते रख के लड़दा है। अज उस महान शहीद दा जन्म दिहाड़ा है। 1682 दे विच उस जननी मां जिउनी दी कुख तो भगत जी दे घर, इत्थे बिल्कुल नज़दीक नगर है पोहविंड, बाबा जी का जन्म होया। फिर उन्होंने अमृत छकिया। बाबा बंदा सिंह बहादुर तो लैके सारिया जंगां दे विच अगे होके वो लड़े। अज उन्हां दे नाम तो टकसाला संप्रदावां चलियां होईयां। जिस महापुरुख नूं ये पता लगता है भी दरबार साहब की बेहुरमती हुई है, बेअदबी हुई है,
ਉਹ ਆ ਕੇ ਤਰਨ ਤਾਰਨ ਸਾਹਿਬ ਲਕੀਰ ਖਿੱਚਦਾ ਹੈ ਗੁਰਦੁਆਰਾ ਉੱਥੇ, ਕਿ ਇਸ ਤੋਂ ਅੱਗੇ ਉਹ ਚੱਲਿਓ ਜਿਹੜਾ ਗੁਰੂ ਦੀ ਬੇਅਦਬੀ ਨੂੰ ਨਹੀਂ ਸਹਾਰ ਸਕਦਾ। ਪਰ ਦੁੱਖ ਦੀ ਗੱਲ ਹੈ ਕਿ ਅੱਜ ਸ਼ਰਾਬ ਪੀਣ ਵਾਲਾ ਵੀ, ਵਾਲ ਕਟਾਉਣ ਵਾਲਾ ਵੀ, ਜਿਹੜਾ ਆਪ ਗੁਰੂ ਦੀ ਬੇਅਦਬੀ ਦਾ ਭਾਗੀਦਾਰ ਹੈ, ਉਹ ਵੀ ਕਹੀ ਜਾਂਦਾ ਮੇਰੇ ਤੇ ਬਾਬਾ ਦੀਪ ਸਿੰਘ ਦੀ ਬੜੀ ਕਿਰਪਾ ਹੈ। ਮੈਨੂੰ ਗੁਰੂ ਕੇ ਵਜ਼ੀਰ ਭਾਈ ਸਾਹਿਬ ਨੇ ਦੱਸਿਆ ਕਿ ਅੱਜ ਬਾਬਾ ਜੀ ਦੇ ਅਸਥਾਨ ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਅੱਜ ਅੰਮ੍ਰਿਤ ਬਾਟਾ ਤਿਆਰ ਹੋਣਾ ਹੈ। ਮੈਂ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ, ਪ੍ਰਧਾਨ ਸਾਹਿਬ ਨੂੰ, ਸਿੰਘ ਸਾਹਿਬਾਨ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਹਰ ਐਤਵਾਰ ਉੱਥੇ ਅੰਮ੍ਰਿਤ ਸੰਚਾਰ ਹੋਣਾ ਚਾਹੀਦਾ ਹੈ। ਪਤਾ ਤੇ ਲੱਗੇ ਨਾ ਕਿ ਬਾਬਾ ਜੀ ਦੀ ਉਹ ਲਕੀਰ ਕੌਣ ਪਾਰ ਕਰਦਾ ਹੈ। ਬਾਬਾ ਜੀ ਨੇ ਸੀਸ ਭੇਟ ਕੀਤਾ ਹੈ, ਉਹ ਤਾਂ ਆਪ ਸੀਸ ਤਲੀ ਤੇ ਰੱਖ ਕੇ ਇੱਥੋਂ ਤੱਕ ਪਹੁੰਚੇ ਨੇ। ਤੇ ਅੱਜ ਅਸੀਂ ਸਿਰਫ ਇਹ ਕਹਿਣਾ ਚਾਹੁੰਦੇ ਆ ਕਿ ਸਿਰਫ ਕੁਝ ਚੀਜ਼ਾਂ ਲੈਣੀਆਂ ਹੋਣ ਤੇ ਤੁਸੀਂ ਬਾਬਾ ਜੀ ਤੋਂ ਲੈ ਲਓ। ਮੈਂ ਇੱਕ ਸਾਖੀ ਪੜ੍ਹੀ ਸੀ ਕਿ ਭਾਈ ਲਹਿਣਾ ਜੀ ਜਵਾਲਾ ਜੀ ਦੇ ਦਰਸ਼ਨਾਂ ਨੂੰ ਜਾਂਦੇ ਸੀ। ਉਹਨਾਂ ਨੂੰ ਭਾਈ ਜੋਧ ਜੀ ਕੋਲੋਂ ਜਦੋਂ ਜਪਜੀ ਸਾਹਿਬ ਦਾ ਪਾਠ ਸੁਣਨ ਨੂੰ ਮਿਲਿਆ, ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਪਤਾ ਲੱਗਿਆ, ਤੇ ਉਹ ਜਾਂਦਿਆਂ ਜਾਂਦਿਆਂ ਫਿਰ ਰਸਤੇ 'ਚ ਕਰਤਾਰਪੁਰ ਸਾਹਿਬ ਰੁਕ ਗਏ, ਦਰਸ਼ਨ ਕੀਤੇ। ਜਿਸ ਮਿਲੇ ਮਨ ਹੋਏ ਆਨੰਦ ਸੋ ਸਤਿਗੁਰ ਕਹੀਏ। ਮਨ ਕੀ ਦੁਬਿਧਾ ਬਿਨ ਸਜਾਏ ਹਰ ਪਰਮ ਪਦ ਲਈਏ। ਆਪਣਾ ਕਾਰਵਾਂ ਛੱਡ ਦਿੱਤਾ, ਸਾਥੀਆਂ ਨੂੰ ਕਿਹਾ ਵੀ ਹੁਣ ਤੁਸੀਂ ਜਾਓ, ਮੈਂ ਪਹੁੰਚ ਗਿਆ। ਉੱਥੇ ਇੱਕ ਰਾਤ ਉਹਨਾਂ ਨੇ ਇੱਕ ਇਸਤਰੀ ਨੂੰ ਆਪਣੇ ਕੇਸਾਂ ਦੇ ਨਾਲ ਝਾੜੂ ਮਾਰਦਿਆਂ ਵੇਖਿਆ। ਬੜੇ ਗੌਰ ਨਾਲ ਵੇਖਿਆ ਵੀ ਲੋਕ ਹੱਥਾਂ ਨਾਲ ਤੇ ਝਾੜੂ ਮਾਰਦੇ ਨੇ, ਤੇ ਪਹਿਲੀ ਵਾਰੀ ਵੇਖਿਆ ਵੀ ਸਿਰ ਦੇ ਵਾਲਾਂ ਨਾਲ ਮਹਾਰਾਜ ਦਾ ਦਰਬਾਰ ਸਾਫ਼ ਕੀਤਾ ਜਾ ਰਿਹਾ। ਤੋ ਜਨਮ, ਉਹ ਜਿਹੜੀ ਸਾਖੀ ਹੈ, ਜਨਮ ਸਾਖੀ 'ਚ ਵੀ ਲਿਖੀ ਹੈ, ਸ਼੍ਰੀ ਨਾਨਕ ਪ੍ਰਕਾਸ਼ ਗ੍ਰੰਥ 'ਚ ਵੀ ਲਿਖੀ ਹੈ ਕਿ ਉਹ ਇਸਤਰੀ ਭਾਈ ਲਹਿਣਾ ਜੀ ਨੂੰ ਗੌਰ ਨਾਲ ਵੇਖਦਿਆਂ ਬੋਲ ਕੇ ਕਹਿੰਦੀ ਹੈ ਵੀ ਭਗਤਾ ਤੂੰ ਮੈਨੂੰ ਪਛਾਣਿਆ? ਕਹਿੰਦੇ ਨਹੀਂ। ਕਹਿੰਦੇ ਮੈਂ ਉਹੀ ਦੇਵੀ ਹਾਂ ਜਿਹਦੇ ਤੂੰ ਦਰਸ਼ਨ ਕਰਨ ਆਉਣਾ ਹੈ। ਭਾਈ ਲਹਿਣਾ ਜੀ ਕਹਿੰਦੇ ਵੀ ਮਾਤਾ ਤੂੰ ਇੱਥੇ ਕਿਵੇਂ? ਉੱਥੇ ਇੱਕ ਸ਼ਬਦ ਆਉਂਦਾ ਹੈ ਜਿਹੜਾ ਇਤਿਹਾਸ ਦਾ ਹੈ ਕਿ ਕੂੜ ਪਦਾਰਥ ਮੁਝ ਤੇ ਲਹਿ, ਮੁਕਤ ਪਦਾਰਥ ਸਤਿਗੁਰ ਦਹਿ। ਝੂਠੀਆਂ ਚੀਜ਼ਾਂ ਮੰਗਣ ਲੋਕ ਮੇਰੇ ਕੋਲ ਆਉਂਦੇ ਨੇ ਵੀ ਦੁੱਧ ਦੇ ਦਿਓ ਜੀ, ਪੁੱਤ ਦੇ ਦਿਓ ਜੀ, ਘਰ ਦੇ ਦਿਓ ਜੀ, ਘੋੜੀਆਂ ਦੇ ਦਿਓ ਜੀ, ਜੋੜੀਆਂ ਦੇ ਦਿਓ ਜੀ। ਪਰ ਮੁਕਤੀ ਦਾ ਪਦਾਰਥ ਗੁਰੂ ਨਾਨਕ ਦੇ ਦਰ ਤੋਂ ਮਿਲਦਾ, ਤੇ ਮੈਂ ਰੋਜ਼ ਇੱਥੇ ਆ ਕੇ ਕੇਸਾਂ ਨਾਲ ਝਾੜੂ ਕਰਦੀ ਹਾਂ। ਅੱਜ ਉਹਨਾਂ ਨੂੰ ਕੀ ਕਹੀਏ ਜਿਹੜੇ ਕੂੜ ਪਦਾਰਥ ਦੇ ਪ੍ਰਚਾਰ ਦੇ ਵਿੱਚ, ਉਹ ਕਹਿਣ ਵਾਲੇ ਵੀ ਮੈਂ ਤੇ ਹੈਰਾਨ ਆ ਵੀ ਜਿਹੜੇ ਪਹਿਲਾਂ ਆਪ ਕਹਿੰਦੇ ਸੀ ਵੀ ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ। ਜਿਸ ਬਾਬਾ ਦੀਪ ਸਿੰਘ ਨੇ 4 ਉਲੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਆਪ ਕੀਤੇ ਹੋਣ, ਜਿਨ੍ਹਾਂ ਦੇ ਨਾਂ ਤੇ ਟਕਸਾਲ ਏਡੀ ਵੱਡੀ ਪੰਥ ਦੀ ਜਮਾਤ ਜਿਹਦਾ ਬੜਾ ਲੰਬਾ ਇਤਿਹਾਸ ਹੈ, ਬੜੀਆਂ ਕੁਰਬਾਨੀਆਂ ਨੇ, ਕਿ ਇਹ ਜਿਹੜਾ ਹੁਣ ਪ੍ਰਚਾਰ ਆਪਾਂ ਸ਼ੁਰੂ ਕੀਤਾ ਹੈ, ਇਹ ਕਿਸੇ ਮਹਾਂਪੁਰਖ ਨੂੰ, ਬਾਬਾ ਜਰਨੈਲ ਸਿੰਘ ਜੀ ਹੋਰਾਂ ਨੂੰ, ਸੰਤ ਬਾਬਾ ਗੁਰਬਚਨ ਸਿੰਘ ਜੀ ਹੋਰਾਂ ਨੂੰ, ਸੰਤ ਬਾਬਾ ਕਰਤਾਰ ਸਿੰਘ ਹੋਰਾਂ ਨੂੰ, ਕਿਸੇ ਮਹਾਂਪੁਰਖ ਨੂੰ ਨਹੀਂ ਇਹ ਗੱਲ ਸਮਝ ਆਈ ਵੀ ਇਹ ਪ੍ਰਚਾਰ ਕਰਨਾ ਚਾਹੀਦਾ ਹੈ। ਮੈਂ ਤੇ ਇੱਥੋਂ ਤੱਕ ਵੀ ਸੁਣਿਆ ਕਿ ਇੱਥੇ ਇੱਕ ਹਿੰਦੂ ਵੀਰ ਇੱਥੇ ਮੱਥਾ ਟੇਕਣ ਆਉਂਦਾ ਸੀ ਦਰਬਾਰ ਸਾਹਿਬ, ਸ਼ਾਇਦ ਸਾਰੇ ਉਹਨਾਂ ਨੂੰ ਭਗਤ ਜੀ ਕਹਿੰਦੇ ਸੀ। ਸੰਤ ਬਾਬਾ ਗੁਰਬਚਨ ਸਿੰਘ ਜੀ ਉਹ ਕਿਤੇ ਇੱਥੇ ਆਏ ਦਰਬਾਰ ਸਾਹਿਬ ਮੱਥਾ ਟੇਕਣ, ਕਿਉਂਕਿ ਅੱਜ ਤੁਸੀਂ, ਮੈਂ ਇਹਨੂੰ ਖਿਮਾ ਕਰਨਾ, ਕਈ ਵਾਰੀ ਇੱਕ ਗੱਲ ਕਹੀ ਜਾਂਦੀ ਹੈ ਕਿ ਭਾਈ ਸਾਹਿਬ ਤਸਵੀਰਾਂ ਦੇ ਵਿਰੁੱਧ ਬੋਲਦੇ ਨੇ।
ਨਹੀਂ, ਮੈਂ ਤੇ ਲੋਕਾਂ ਦੇ ਘਰਾਂ 'ਚ ਐਕਟਰਾਂ ਦੀਆਂ ਤਸਵੀਰਾਂ ਨੇ, ਮੈਂ ਕੋਈ ਕੰਧਾਂ ਥੋੜਾ ਝਾੜਦਾ ਫਿਰਦਾ ਲੋਕਾਂ ਦੀਆਂ। ਲੋਕਾਂ ਦੇ ਘਰਾਂ 'ਚ ਲੋਕਾਂ ਦੇ ਮਾਂ-ਬਾਪ ਦੀਆਂ ਫੋਟੋ ਨੇ ਜਿਹੜੇ ਦੁਨਿਆਵੀ ਖਾ ਪੀ ਕੇ ਆਪਣੀ ਜ਼ਿੰਦਗੀ ਗੁਜ਼ਾਰ ਕੇ ਗਏ ਨੇ। ਪਰ ਜੇ ਕਿਸੇ ਦੇ ਘਰ ਵਿੱਚ ਨਾਮ ਭਗਤੀ ਵਾਲੀ, ਕਿਸੇ ਨਾਮ ਸਿਮਰਨ ਵਾਲੀ ਆਤਮਾ ਦੀ ਤਸਵੀਰ ਲੱਗੀ ਹੋਵੇ, ਸੰਤ ਬਾਬਾ ਜਰਨੈਲ ਸਿੰਘ ਜੀ ਦੀਆਂ, ਬਾਬਾ ਹਰਬੰਸ ਸਿੰਘ ਜੀ ਪੰਥ ਰਤਨ ਦੀਆਂ ਤਸਵੀਰਾਂ ਬੜੇ ਲੋਕਾਂ ਦੇ ਘਰਾਂ 'ਚ ਲੱਗੀਆਂ ਨੇ, ਪਰ ਮੈਂ ਲੋਕਾਂ ਨੂੰ ਫੋਟੋਆਂ ਦੀ ਪੂਜਾ ਕਰਦੇ ਨਹੀਂ ਵੇਖਿਆ। ਮੇਰੀ ਸਿਰਫ ਇੰਨੀ ਕਿ ਵੀ ਨਹੀਂ, ਆਪਾਂ ਨੂੰ ਫੋਟੋ ਦੀ ਪੂਜਾ ਨਹੀਂ ਕਰਨੀ ਚਾਹੀਦੀ। ਸਾਨੂੰ ਉਹਨਾਂ ਮਹਾਂਪੁਰਖਾਂ ਤੋਂ ਇੱਕ ਰਸਤਾ ਲੈਣਾ ਚਾਹੀਦਾ ਕਿ ਉਹਨਾਂ ਨੇ ਕਿਸ ਤਰੀਕੇ ਨਾਲ ਇਹ ਜੀਵਨ ਜੀਵਿਆ। ਇਹ ਗੱਲ ਕਿਸੇ ਵਿਦਵਾਨ ਨੇ ਬੜੀ ਸੋਹਣੀ ਕਹੀ, ਕਹਿੰਦੇ ਵੀ ਕਿਤੇ ਫੋਟੋਆਂ ਵਿਕ ਰਹੀਆਂ ਸੀ ਤੇ ਉਹਨਾਂ ਫੋਟੋਆਂ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਦੀ ਫੋਟੋ ਨਹੀਂ ਸੀ। ਉਹ ਕਹਿੰਦਾ ਵੀ ਉਹਨਾਂ ਦੀ ਫੋਟੋ ਨਹੀਂ ਹੈਗੀ। ਕਹਿੰਦਾ ਭਾਈ ਗੱਲ ਇਹ ਹੈ ਕਿ ਜਿਹੜੇ ਜਿਉਂਦੇ ਵਿਕ ਜਾਂਦੇ ਨੇ ਨਾ, ਫਿਰ ਉਹਨਾਂ ਦੀਆਂ ਫੋਟੋ ਨਹੀਂ ਵਿਕਦੀਆਂ, ਪਰ ਜਿਹੜੇ ਜਿਉਂਦੇ ਨਹੀਂ ਵਿਕਦੇ, ਕਹਿੰਦਾ ਉਹਨਾਂ ਦੀਆਂ ਫੋਟੋ ਮੁੜ ਕੇ ਲੱਭਦੀਆਂ ਹੀ ਨਹੀਂ। ਕਹਿੰਦਾ ਅਸੀਂ ਲਿਆਉਂਦੇ ਮਗਰੋਂ ਲੋਕ ਪਹਿਲਾਂ ਲੈ ਜਾਂਦੇ ਨੇ। ਜਿਹੜੇ ਪਹਿਲਾਂ ਵਿਕੇ ਹੁੰਦੇ ਨੇ ਉਹਨਾਂ ਦੀਆਂ ਫੋਟੋ ਪਈਆਂ ਹੋਣੀਆਂ ਨੇ, ਉਹ ਜਿਹੜੀ ਫੋਟੋ ਉਹ ਲੱਭਦਾ ਸੀ ਉੱਥੇ ਹੈ ਨਹੀਂ ਸੀ। ਤੇ ਦੁਕਾਨਦਾਰ ਨੇ ਬੜੀ ਸੋਹਣੀ ਦਲੀਲ ਦਿੱਤੀ। ਉਹ ਕਹਿੰਦਾ ਇੱਥੇ ਤਾਂ ਉਹਦੀ ਮਗਰੋਂ ਲੈ ਪਹਿਲਾਂ ਲੋਕ ਜਾਂਦੇ ਨੇ, ਪਰ ਮੁਰਦਿਆਂ ਦੀਆਂ ਪਈਆਂ ਨੇ, ਇਹਨਾਂ ਦੀ ਖਰੀਦਾ ਕੋਈ ਨਹੀਂ ਹੈ। ਜਿਹੜੀ ਤੂੰ ਖਰੀਦਣ ਆਇਆ, ਕਹਿੰਦਾ ਉਹ ਤੇ ਲੱਭਦੀ ਵੀ ਨਹੀਂ ਹੈ। ਇਹਨਾਂ ਮਹਾਂਪੁਰਖਾਂ ਨੇ ਜਿਹਦੀ ਮੈਂ ਆਪ ਜੀ ਨੂੰ ਬੇਨਤੀ ਕਰ ਰਿਹਾ ਸੀ, ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੀ, ਕਿ ਉਹ ਇੱਥੇ ਮੱਥਾ ਟੇਕਣ ਆਏ। ਮੈਂ ਬੇਨਤੀ ਇਹ ਕਰ ਰਿਹਾ ਸੀ ਵੀ ਤੁਹਾਨੂੰ ਐਸੇ ਵੀ ਮਹਾਂਪੁਰਖ ਮਿਲਣਗੇ ਜਿਹੜੇ ਕਦੇ ਤੁਹਾਨੂੰ ਬੰਗਲਾ ਸਾਹਿਬ, ਦਰਬਾਰ ਸਾਹਿਬ, ਸੀਸਗੰਜ ਸਾਹਿਬ ਤੁਹਾਨੂੰ ਮੱਥਾ ਟੇਕਦੇ ਨਹੀਂ ਮਿਲਣਗੇ, ਕਿਉਂਕਿ ਆਪ ਮੱਥਾ ਟਿਕਾਉਂਦੇ ਨੇ, ਉਹ ਕਿੱਥੋਂ ਟੇਕ ਸਕਦੇ ਨੇ? ਕੋਈ ਦੱਸਣਾ ਹੀ ਨਹੀਂ ਚਾਹੁੰਦੇ ਵੀ ਸਾਡੇ ਤੋਂ ਵੀ ਕੋਈ ਵੱਡਾ ਹੈਗਾ। ਮੈਂ ਕਹਿੰਦਾ ਉਸ ਹਰ ਵਿਅਕਤੀ ਨੂੰ ਨਮਸਕਾਰ ਹੈ ਜਿਹੜਾ ਆਪ ਗੁਰੂ ਨਾਲ ਜੁੜਿਆ ਤੇ ਸਾਨੂੰ ਜੋੜਦਾ ਹੈ। ਹਰ ਉਸ ਗੁਰਸਿੱਖ ਨੂੰ ਨਮਸਕਾਰ ਹੈ। ਇਹ ਤੇ ਗੁਰਬਾਣੀ 'ਚ ਲਿਖਿਆ, ਜੋ ਦੀਸੈ ਗੁਰਸਿੱਖੜਾ ਤਿਸ ਨੇਮ ਨੇਮ ਲਾਗੋਂ ਪਾਏ ਜੀਓ। ਇੰਨਾ ਸਨਮਾਨ ਹੈ ਉਹਨਾਂ ਰੂਹਾਂ ਦਾ। ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਕਹਿਣ ਲੱਗੇ, ਭਗਤ ਜੀ ਹੁਣ ਅੰਮ੍ਰਿਤ ਛਕ ਲਓ। ਤੋ ਅੱਗੋਂ ਕਹਿਣ ਲੱਗੇ, ਜੀ ਇਹ ਰਹਿਤ ਸੀ ਸਾਡੀ। ਅੱਜ ਕੋਈ ਨਹੀਂ ਪੁੱਛਦਾ ਕਿਸੇ ਨੂੰ ਵੀ ਤੁਸੀਂ ਅੰਮ੍ਰਿਤ ਛਕਿਆ, ਤੁਸੀਂ ਅੰਮ੍ਰਿਤ ਵੇਲੇ ਉੱਠਦੇ ਹੋ। ਮੈਂ ਤਾਂ ਰਾਤ ਵੀ ਬੇਨਤੀ ਕਰਕੇ ਆਇਆ ਵੀ ਜੇ ਆਪਾਂ ਇੱਦਾਂ ਹੀ ਤੁਰੇ ਰਹੇ ਕਿ ਉਸ ਗੁਰਦੁਆਰੇ ਇੰਨੇ ਦਿਨ ਜਾਣਾ ਚਾਹੀਦਾ, ਆਹ ਪਾਠ ਇੰਨੇ ਦਿਨ ਕਰਨਾ ਚਾਹੀਦਾ, ਤੇ ਫਿਰ ਅੰਮ੍ਰਿਤ ਵੇਲੇ ਕੌਣ ਉੱਠੇਗਾ? ਨਿਤਨੇਮ ਕੌਣ ਕਰੇਗਾ? ਸਵੇਰੇ ਆਸਾ ਦੀ ਵਾਰ ਦੀ ਹਾਜ਼ਰੀ ਕੌਣ ਭਰੇਗਾ? ਅੰਮ੍ਰਿਤ ਵੇਲੇ ਦੇ ਦਰਬਾਰ ਕਿਵੇਂ ਸਜਣਗੇ? ਆਪਾਂ ਸਾਰਾ ਕੁਝ ਹੀ ਗਵਾ ਲੈਣਾ ਆਪਾਂ। ਤੇ ਉਹ ਭਗਤ ਕਹਿਣ ਲੱਗਾ, ਜੀ ਮੈਂ ਅੰਮ੍ਰਿਤ ਛਕਣ ਲਈ ਤਿਆਰ ਹਾਂ, ਤੁਸੀਂ ਪੰਜ ਪਿਆਰਿਆਂ 'ਚ ਸੇਵਾ ਕਰੋਗੇ? ਇਹ ਪੁੱਛ ਲੈਣਾ ਕਿਸੇ ਨੂੰ ਵੀ। ਇਸ ਗੱਲ ਦੇ ਬਾਵਜੂਦ ਕਿ ਟਕਸਾਲ ਸੰਪਰਦਾ ਦੀ ਆਪਣੀ ਇੱਕ ਰਹਿਤ ਹੈ, ਮਰਿਆਦਾ ਹੈ, ਪਰ ਉਹਨਾਂ ਨੇ ਆਖਿਆ ਵੀ ਹਾਂ ਮੈਂ ਸ਼ਾਮਲ ਹੋਵਾਂਗਾ। ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਵਿੱਚ ਆਪ ਸੰਤ ਗੁਰਬਚਨ ਸਿੰਘ ਜੀ ਪੰਜਾਂ ਦੇ ਵਿੱਚ ਇੱਕ ਆਪ ਸ਼ਾਮਲ ਹੋਏ। ਆਖਿਆ ਭਗਤ ਜੀ ਤੁਸੀਂ ਅੰਮ੍ਰਿਤ ਛਕੋ, ਮੈਂ ਸੇਵਾ ਕਰਨ ਲਈ ਤਿਆਰ ਹਾਂ। ਐਵੇਂ ਨਹੀਂ ਲੋਕ ਉਹਨਾਂ ਨੂੰ ਪੂਜਾ ਕਰਦੀ, ਉਹਨਾਂ ਦੇ ਨਾਮ ਤੋਂ ਲੋਕ ਨਮਸਕਾਰਾਂ ਕਰਦੀ। ਉਹ ਗੁਰੂ ਨਾਲ ਪ੍ਰਣਾਏ ਹੋਏ ਜਿਹੜੇ ਸ਼ਬਦ ਅਸੀਂ ਪੜ੍ਹਦੇ ਆ ਨਾ ਕਿ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜਨ ਆਵਣ ਕਾ ਇਹ ਸੁਭਾਓ, ਜਨ ਕੈ ਸੰਗ ਚਿਤ ਆਵੇ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਉਸ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਨੂੰ ਇੱਕ ਵਾਰੀ ਨਹੀਂ ਕਰੋੜਾਂ ਵਾਰੀ ਨਮਸਕਾਰ, ਜਿਹੜੇ ਸੀਸ ਤਲੀ ਤੇ ਰੱਖ ਕੇ ਇੱਥੇ ਦਰਬਾਰ ਸਾਹਿਬ ਪਹੁੰਚਦੇ ਨੇ। ਇੱਕ ਅਰਦਾਸ ਕਰਕੇ ਤੁਰੇ ਸੀ, ਪ੍ਰਣ ਕਰਕੇ ਤੁਰੇ ਸੀ। ਅੱਜ ਉਹਨਾਂ ਦੇ ਨਾਮ ਤੋਂ ਮੈਂ ਮਹਿਸੂਸ ਕਰਦਾ ਕਿ ਸੰਗਤ ਵਿੱਚ ਬਹੁਤ ਪਿਆਰ ਹੈ, ਬਹੁਤ ਚਾਅ ਹੈ। ਤੇ ਮੈਂ ਬੇਨਤੀ ਕਰਦਾ, ਜਿਵੇਂ ਅੱਜ ਉੱਥੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ, ਮੈਂ ਹਰ ਵਿਅਕਤੀ ਨੂੰ ਬੇਨਤੀ ਕਰਾਂਗਾ ਕਿ ਜਿਹੜਾ ਬਾਬਾ ਦੀਪ ਸਿੰਘ ਜੀ ਨੂੰ ਪਿਆਰ ਕਰਦਾ ਹੈ ਭਾਈ, ਉਹ ਫਿਰ ਲਕੀਰ ਵੀ ਪਾਰ ਕਰੇ, ਉਹ ਆਪਣਾ ਸੀਸ ਵੀ ਭੇਟਾ ਕਰੇ।
ਉਹ ਅੰਮ੍ਰਿਤ ਛਕੇ ਤੇ ਹਰ ਐਤਵਾਰ ਅੰਮ੍ਰਿਤ ਦਾ ਬਾਟਾ ਉੱਥੇ ਤਿਆਰ ਹੋਣਾ ਚਾਹੀਦਾ ਹੈ। ਪਤਾ ਤੇ ਲੱਗੇ ਨਾ ਕਿ ਕਿੰਨੇ ਕੁ ਲਕੀਰ ਪਾਰ ਕਰਦੇ ਨੇ, ਕਿੰਨੇ ਕੁ ਆਪਾਂ ਗੁਰੂ ਨੂੰ ਅਰਪਣ ਕਰਦੇ ਨੇ, ਕਿੰਨੇ ਕੁ ਬਾਬਾ ਦੀਪ ਸਿੰਘ ਜੀ ਦੇ ਮਗਰ ਸ਼੍ਰੀ ਦਰਬਾਰ ਸਾਹਿਬ ਜੀ ਦੀ ਮਰਿਆਦਾ ਨੂੰ, ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ, ਉੱਚਮਤਾ ਨੂੰ, ਸੁਚਮਤਾ ਨੂੰ ਆਪਣਾ ਸੀਸ ਭੇਟ ਕਰਦੇ ਨੇ। ਸਾਰਿਆਂ ਨੂੰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ। ਹਾਂਜੀ। ਮਾਠ ਗੁੰਦਾਈ ਪਟਿਆ ਭਰੀਆ ਮਾਗ ਸੰਧੂਰੇ। ਹੁਣ ਕੀਤੇ ਸ਼ਿੰਗਾਰ, ਕੇਸਾਂ ਦੇ ਵਾਲਾਂ ਦੇ ਗੁੰਦਣ ਦੀ ਗੱਲ, ਕੇਸਾਂ ਦੇ ਵਿੱਚ ਪਾਉਣ ਦੇ ਸੰਧੂਰ ਦੀ ਗੱਲ। ਹਾਂਜੀ। ਅੱਗਾ ਗਈ ਨਾ ਮੰਨੀਆ ਮਰੋ ਵਿਸੂਰ ਵਿਸੂਰੇ। ਪਰ ਉਸ ਮਾਠ ਗੁੰਦਾਈ ਦਾ ਕੀ ਲਾਭ ਹੋਇਆ? ਭਰੇ ਹੋਏ ਪੱਟੀਆਂ ਦੇ ਵਿੱਚ, ਮਾਂਗ ਦੇ ਵਿੱਚ ਸੰਧੂਰ ਦਾ ਕੀ ਲਾਭ ਹੋਇਆ ਕਿ ਅੱਗੇ ਗਈ ਨਾ ਮੰਨੀਆ। ਉਸ ਪਤੀ ਪਰਮਾਤਮਾ ਨੇ ਜੀਵ ਰੂਪੀ ਆਤਮਾ ਨੂੰ ਤਾਂ ਪ੍ਰਵਾਨ ਹੀ ਨਹੀਂ ਕੀਤਾ। ਹਾਂਜੀ। ਮੈਂ ਰੋਵੰਦੀ ਸਭ ਜਗ ਰੁਨਾ ਰੁਨੜੇ ਵਣੋ ਪੰਖੇਰੂ। ਮੈਂ ਰੋਈ ਹਾਂ, ਸਾਰਾ ਜਗਤ ਰੋਇਆ ਹੈ। ਇਹ ਜੰਗਲ, ਇਹ ਬਨਸਪਤੀ, ਇਹ ਪਸ਼ੂ ਪੰਛੀ, ਇਹ ਸਭ ਰੋਏ ਨੇ। ਹਾਂਜੀ। ਇਕ ਨ ਰੁਨਾ ਮੇਰੇ ਤਨ ਕਾ ਬਿਰਹਾ ਜਿਨਹੁ ਬਿਰਹੋ ਵਿਛੋੜੀ। ਜਿਸ ਨੂੰ ਪਰਮਾਤਮਾ ਨੇ ਵਿਛੋੜਿਆ, ਜੇ ਨਹੀਂ ਰੋਇਆ ਤੇ ਮੇਰੇ ਤਨ ਦਾ ਬਿਰਹਾ ਨਹੀਂ ਰੋਇਆ। ਕਿਉਂਕਿ ਬਿਰਹਾ ਬਿਰਹਾ ਆਖੀ ਹੈ, ਬਿਰਹਾ ਤੂੰ ਸੁਲਤਾਨ। ਬਿਰਹਾ ਜਿਹੜਾ ਹੈ, ਇਸ ਨੂੰ ਰਾਜਾ ਕਿਹਾ ਹੈ। ਬਿਰਹਾ ਕੀ ਹੈ? ਸਿੱਖ। ਜਿਹੜੀ ਪਰਮਾਤਮਾ ਨੂੰ ਮਿਲਣ ਦੀ ਸਾਡੇ ਅੰਦਰ ਤਾਂਘ ਪੈਦਾ ਹੁੰਦੀ ਹੈ, ਖਿੱਚ ਪੈਦਾ ਹੁੰਦੀ ਹੈ, ਕਿਉਂਕਿ ਇਹਦੇ ਬਿਨਾਂ ਮਿਲਾਪ ਨਹੀਂ ਹੈ। ਹੁਣ ਬੱਚਾ ਵਿਦੇਸ਼ ਵਿੱਚ ਹੈ, ਮਾਂ-ਬਾਪ ਦੇਸ਼ ਵਿੱਚ ਹੈ। ਹੁਣ ਦੋਨਾਂ ਨੂੰ ਆਪਸ ਵਿੱਚ ਕੌਣ ਮਿਲਾਏਗਾ? ਬਿਰਹਾ। ਉਹ ਸਿੱਖ ਮਿਲਾਏਗੀ। ਫਿਰ ਉੱਥੇ ਵਿਜੇ, ਉੱਥੇ ਟਿਕਟਾਂ, ਉੱਥੇ ਖਰਚੇ, ਉੱਥੇ ਸਫ਼ਰ ਕੋਈ ਮਾਇਨਾ ਨਹੀਂ ਰੱਖਦੇ। ਇਹ ਚੀਜ਼ਾਂ ਕੋਈ ਮਾਇਨਾ ਨਹੀਂ ਰੱਖਦੀਆਂ। ਜਦੋਂ ਅੰਦਰ ਸਿੱਖ ਪੈਦਾ ਹੁੰਦੀ ਹੈ ਫਿਰ ਤਾਂ ਇੱਕੋ ਹੀ ਹੁੰਦਾ ਵੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹਉ ਤਿਸ ਪੈ ਆਪ ਵਿਚਾਈ ਦਰਸ਼ਨ ਹਰ ਦੇਖਣ ਕਹਿਤਾ ਹੈ। ਹਾਂਜੀ। ਸੁਪਨੈ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ। ਇੱਕ ਦਿਨ ਸੁਪਨਾ ਆ ਗਿਆ, ਸੁਪਨੇ ਦੇ ਵਿੱਚ ਮਿਲਾਪ ਹੋ ਗਿਆ, ਪਰ ਉਹ ਸੁਪਨੇ 'ਚ ਆਇਆ ਸੀ, ਚਲਾ ਗਿਆ। ਨੇਤਰਾਂ ਦੇ ਵਿੱਚ ਪਾਣੀ ਭਰਿਆ ਰਹਿ ਗਿਆ। ਫਿਰ ਵਿਛੋੜੇ ਦੇ ਹੰਝੂ ਜਿਹੜੇ ਸੀ ਉਹ ਭਰੇ ਰਹਿ ਗਏ। ਹਾਂਜੀ। ਇਕ ਆਏ ਨ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾ ਕੋਏ। ਪਰ ਇਹ ਪ੍ਰਮਾਤਮਾ, ਮੈਂ ਕੀ ਕਰਾਂ? ਆਏ ਨਾ ਸਕਾਂ, ਮੈਂ ਤੇਰੇ ਕੋਲ ਆ ਨਹੀਂ ਸਕਦਾ, ਤੇ ਭੇਜ ਨਾ ਸਕਾਂ ਕੋਈ, ਮੈਂ ਕਿਸੇ ਨੂੰ ਤੇਰੇ ਕੋਲ ਭੇਜ ਵੀ ਨਹੀਂ ਸਕਦਾ। ਆਪਣੀ ਪਹੁੰਚ ਕੋਈ ਨਹੀਂ ਹੈ, ਕਿਸੇ ਨੂੰ ਘੱਲਾਂ ਇਹ ਮੇਰੀ ਸਮਰੱਥਾ ਨਹੀਂ ਹੈ। ਹਾਂਜੀ। ਆਓ ਸੁਭਾਗੀ ਨੀਂਦੜੀਏ ਮਤ ਸਹੁ ਦੇਖਾ ਸੋਏ। ਫਿਰ ਤੇ ਮੈਂ ਨੀਂਦ ਨੂੰ ਬੇਨਤੀ ਕਰਦੀ ਹਾਂ ਵੀ ਤੂੰ ਹੀ ਵਾਪਸ ਆ ਜਾ। ਹੋ ਸਕਦਾ ਸੁਪਨਾ ਫਿਰ ਆ ਜਾਏ, ਸੁਪਨੇ ਦੇ ਵਿੱਚ ਮੈਨੂੰ ਫਿਰ ਉਹਦਾ ਮਿਲਾਪ ਹੋ ਜਾਏ। ਸਤਿਗੁਰੂ ਦੀ ਬਾਣੀ ਪੜ੍ਹਿਆ ਕਰੋ। ਮੈਂ ਇੱਕ ਦਿਨ ਇੱਕ ਪੋਸਟ ਪੜ੍ਹ ਰਿਹਾ ਸੀ ਕਿ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਏਡਾ ਵੱਡਾ ਖਜ਼ਾਨਾ ਗੁਰੂ ਅਰਜਨ ਸਾਹਿਬ ਜੀ ਨੇ ਸਾਨੂੰ ਬਖਸ਼ਿਆ ਹੈ, ਕਿ ਇਹ ਪੜ੍ਹਨ ਵਾਸਤੇ ਕਿ ਮੱਥਾ ਟੇਕਣ ਵਾਸਤੇ ਹੈ। ਵੇਖੋ, ਕਿਸੇ ਰਿਸ਼ਤੇਦਾਰ, ਭੈਣ ਭਰਾ ਨੂੰ, ਬਜ਼ੁਰਗ ਨੂੰ, ਵਡੇਰੇ ਨੂੰ, ਕਿਸੇ ਸਨਮਾਨਿਤ ਪੁਰਖ ਨੂੰ ਅਗਰ ਤੁਸੀਂ ਇੱਜ਼ਤ ਭੇਟ ਕਰਨੀ ਹੋਵੇ, ਸਨਮਾਨ ਭੇਟ ਕਰਨਾ ਹੋਵੇ, ਸਤਿਕਾਰ ਦੇਣਾ ਹੋਵੇ ਤੇ ਕੀ ਤਰੀਕਾ ਹੈ? ਮੱਥਾ ਟੇਕਣਾ। ਮੱਥਾ ਟੇਕਣ ਤੋਂ ਅੱਗੇ ਚੱਲੀਏ। ਉਹਨਾਂ ਬਜ਼ੁਰਗਾਂ ਨੂੰ ਵੀ ਨਮਸਕਾਰ ਹੈ ਜਿਨ੍ਹਾਂ ਨੇ ਸਾਡੇ ਵਿੱਚ
ਘੱਟੋ ਘੱਟ ਇੱਕ ਤਾਂ ਇਹ ਆਸਥਾ ਭਰੀ ਹੈ ਨਾ ਕਿ ਸਿੱਖਾਂ ਤੋਂ ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਹੈ। ਹੁਣ ਮੱਥਾ ਟੇਕਣ ਤੋਂ ਅਗਲੀ ਗੱਲ ਕਿ ਜੇ ਆਪਾਂ ਇਸ ਮਹਾਰਾਜ ਦੀ ਗੋਦੀ ਵਿੱਚ ਬੈਠੀਏ, ਜੇ ਆਪਾਂ ਪਾਠ ਦੀਦਾਰ ਕਰੀਏ ਤਾਂ ਹੁਣ ਜੇ ਆਪਾਂ ਬਾਣੀ ਪੜ੍ਹੀਏ ਤੇ ਫਿਰ ਇਹ ਗੱਲਾਂ ਸਾਨੂੰ ਸਾਰੀਆਂ ਹੀ ਸਮਝ ਆਉਣਗੀਆਂ ਕਿ ਜਾਗਣ ਤੇ ਸੁਪਨਾ ਭਲਾ। ਕਈ ਵਾਰੀ ਨਾ ਦੁਨਿਆਵੀ ਤੌਰ ਤੇ ਜਾਗਣ ਨਾਲੋਂ ਸੁੱਤੇ ਰਹਿਣਾ ਵੀ ਠੀਕ ਹੈ, ਬੁਰਾ ਨਹੀਂ ਹੈ। ਹੋ ਸਕਦਾ ਹੈ ਸੁਪਨੇ ਹੂੰ ਬਰੜਾਏ ਕਹਿ ਜੈ ਮੁਖ ਨਿਕਸੈ ਰਾਮ, ਤਾਂ ਕਿ ਪੱਗ ਕੀ ਪਾ ਨਹੀਂ ਮੇਰੇ ਤਨ ਕੋ ਚਾਮ। ਪੁੱਛੋ ਭਗਤਾਂ ਨੂੰ ਏਡੀ ਵਡਿਆਈ ਕਿ ਜੇ ਕੋਈ ਸੁਪਨੇ ਵਿੱਚ ਵੀ ਉਸ ਪਰਮਾਤਮਾ ਦਾ ਨਾਮ ਲਵੇ ਤਾਂ। ਅੱਜ ਜਗਤ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਸਮਝਾਉਂਦੇ ਨੇ ਕਿ ਜੀਵ ਆਤਮਾ ਅਰਦਾਸ ਕਰਦੀ ਆਓ ਸੁਭਾਗੀ ਨੀਂਦੜੀਏ, ਮਤ ਸ਼ੋ ਦੇਖਾ ਸੋਏ। ਚਲੋ ਹੋਰ ਨਹੀਂ ਤੇ ਸੁਪਨੇ 'ਚ ਹੀ ਸਹੀ, ਤੇ ਨੀਂਦ ਤੂੰ ਹੀ ਆ ਜਾ। ਹੋ ਸਕਦਾ ਫਿਰ ਸੁਪਨਾ ਮੈਨੂੰ ਆਪਣੇ ਪਤੀ ਪਰਮਾਤਮਾ ਦਾ ਆ ਜਾਏ, ਮੇਰਾ ਮਿਲਾਪ ਹੋ ਜਾਏ। ਹਾਂਜੀ, ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਤੇਰੀ ਕੋਈ ਗੱਲ ਕਰੇ ਪਰਮਾਤਮਾ ਮੇਰੇ ਮਾਲਕ, ਮੈਂ ਉਸ ਨੂੰ ਕੀ ਦੇਵਾਂ? ਉਹਨੂੰ ਕੀ ਦਿੱਤਾ ਜਾ ਸਕਦਾ ਹੈ? ਉਹਦੇ ਸਨਮਾਨ ਵਿੱਚ ਕੀ ਭੇਟਾ ਕੀਤਾ ਜਾ ਸਕਦਾ ਹੈ? ਹਾਂਜੀ, ਸੀਸ ਵੱਡੇ ਕਰ ਬੈਸਨ ਦੀਜੈ, ਵਿਨ ਸਿਰ ਸੇਵ ਕਰੀਜੈ। ਉਸ ਨੂੰ ਆਪਣਾ ਸੀਸ ਵੱਢ ਕੇ ਦੇ ਦੇਣਾ ਚਾਹੀਦਾ ਹੈ। ਉਹਦੀ ਸੇਵਾ ਬਿਨਾਂ ਸਿਰ ਤੋਂ ਕਰਨੀ ਚਾਹੀਦੀ। ਸਿਰ ਕੀ ਹੈ? ਜਿੱਥੇ ਚਤਰਾਈਆਂ ਨੇ, ਜਿੱਥੇ ਅਕਲਾਂ ਨੇ, ਜਿੱਥੇ ਚਲਾਕੀਆਂ ਨੇ, ਜਿੱਥੇ ਸਿਆਣਪਾਂ ਨੇ, ਨਹੀਂ ਉਹਨੂੰ ਛੱਡ ਦੇਣਾ ਚਾਹੀਦਾ। ਮੇਰੀ ਹਮੇਸ਼ਾ ਬੇਨਤੀ ਹੁੰਦੀ ਵੀ ਕੀ ਸੇਵਾ ਆਪਣੀ ਅਕਲ ਨਾਲ ਹੋ ਸਕਦੀ ਹੈ? ਅੱਜ ਤੁਸੀਂ ਵੇਖੋ ਜਿਹੜੀ ਸਾਡੀ ਧਰਮ ਦੀ ਅਵਸਥਾ ਬਣੀ, ਉਹ ਸਿਰਫ ਇਸੇ ਕਰਕੇ ਬਣੀ ਹੈ। ਹਰ ਬੰਦਾ ਆਪਣੇ ਤਰੀਕੇ ਨਾਲ ਤੁਰਿਆ ਹੋਇਆ। ਕੱਲ ਮੈਨੂੰ ਬੰਗਲਾ ਸਾਹਿਬ, ਕਿਉਂਕਿ ਦਸਤਾਰਬੰਦੀ ਪ੍ਰਤੀ ਯੋਗਤਾ ਸੀ, ਇੱਕ ਹਿੰਦੂ ਵੀਰ ਤੇ ਛੋਟੀ ਜਿਹੀ ਉਹਦੀ ਬੱਚੀ ਧੀ ਨਾਲ ਉਹਦੇ, ਤੇ ਉਹਨੇ ਇੱਕ ਪੋਲੀਥੀਨ ਫੜਿਆ ਹੋਇਆ ਵਿੱਚ ਉਹਦੇ ਸਮਾਨ, ਤੇ ਮੈਨੂੰ ਲੱਗਿਆ ਵੀ ਇਹ ਵੀ ਕੁਝ ਕੈਂਡੀਆਂ ਕੁੰਡੀਆਂ ਟੌਫੀਆਂ ਵੰਡਦਾ ਹੋਣਾ ਹੈ। ਉਹ ਕਹਿੰਦਾ ਜੀ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ। ਮੈਂ ਕਿਹਾ ਦੱਸੋ? ਕਹਿੰਦਾ ਜੀ ਮੈਂ ਹਰ ਐਤਵਾਰ ਆਉਣਾ ਇੱਥੇ, ਛੁੱਟੀ ਹੋਵੇ ਸਮਾਂ ਹੋਵੇ, ਤੇ ਮੈਂ ਆ ਕੇ ਨਾ ਇੱਥੇ ਬੱਚਿਆਂ ਤੋਂ ਮੂਲ ਮੰਤਰ ਦਾ ਪਾਠ ਸੁਣਦਾ, 10 ਗੁਰੂਆਂ ਦੇ ਨਾਂ ਸੁਣਦਾ, ਤੇ ਜਿਹੜਾ ਬੱਚਾ ਸੁਣਾਵੇ ਫਿਰ ਉਹਨੂੰ ਮੈਂ ਨਾ, ਮੇਰੇ ਕੋਲੇ ਜਮੈਟਰੀਆਂ ਨੇ, ਮੇਰੇ ਕੋਲੇ ਸਟੇਸ਼ਨਰੀ ਹੈ, ਜਿਵੇਂ ਪੈਨ ਹੋ ਗਏ, ਪੈਨਸਲਾਂ ਹੋ ਗਈਆਂ, ਮੈਂ ਇਹ ਉਹਨਾਂ ਨੂੰ ਵੰਡਦਾ। ਮੈਂ ਉਹਦੇ ਪੈਰੀਂ ਹੱਥ ਤੇ ਨਹੀਂ ਲਾ ਸਕਿਆ। ਮੈਂ ਕਿਹਾ ਮੈਂ ਕੀ ਕਵਾਂ ਆਪਣਿਆਂ ਨੂੰ? ਸਾਡੇ ਤੇ ਜਿਹੜਾ ਆਉਂਦਾ ਪਕੌੜੇ ਲਈ ਆਉਂਦਾ, ਸਮੋਸੇ ਲਈ ਆਉਂਦਾ। ਮੈਂ ਬੇਨਤੀ ਕਰਦਾ ਇਹ 6 ਮਹੀਨੇ ਆਪਣੇ ਬੱਚਿਆਂ ਨੂੰ ਖਵਾ ਕੇ ਉਹਨਾਂ ਦਾ ਬਲੱਡ ਟੈਸਟ ਕਰਾਓ ਖਾਂ ਭਲਾ। ਕਿਉਂ ਗੁਰੂ ਨਾਨਕ ਦੇ ਬੱਚਿਆਂ ਦੇ ਵੈਰ ਪੈ ਗਏ ਹੋ ਤੁਸੀਂ ਸਾਰੇ ਪਕੌੜੇ ਲੈ ਕੇ ਤੇ ਸਮੋਸੇ ਲੈ ਕੇ, ਜਾਂ ਫਿਰ ਟੌਫੀਆਂ ਤੇ ਕੈਂਡੀਆਂ ਚੁੱਕੀ ਲਿਆਉਣਗੇ, ਇਹੋ ਜਿਹੇ ਬੱਚਿਆਂ ਨੂੰ ਵੰਡਣੀਆਂ ਨੇ। ਮੈਂ ਕਹਿੰਦਾ ਕਿ ਉਸ ਬੱਚੇ ਤੋਂ ਆਪਾਂ ਕੁਝ ਸਿੱਖ ਲਈਏ। ਜ਼ਰੂਰ ਲਿਆਓ, ਪਰ ਉਹ ਚੀਜ਼ਾਂ ਲਿਆਓ ਜਿਹਦੇ ਨਾਲ ਸਿੱਖੀ ਪ੍ਰਫੁੱਲਤ ਹੋਵੇ। ਤੁਹਾਡੇ ਬੱਚਿਆਂ ਨੂੰ ਹੋਵੇ ਕਿ ਪਿਤਾ ਜੀ ਆਪਾਂ ਕਦੋਂ ਜਾਣਾ ਹੈ? ਮੈਂ ਉੱਥੇ ਪਾਠ ਸੁਣਾਵਾਂਗਾ ਤੇ ਮੈਨੂੰ ਉੱਥੋਂ ਡਾਇਰੀ ਮਿਲੇਗੀ, ਮੈਨੂੰ ਉੱਥੋਂ ਵਧੀਆ ਪੈਨ ਮਿਲੇਗਾ, ਮੈਨੂੰ ਉੱਥੋਂ ਜੋਮੈਟਰੀ ਮਿਲੇਗੀ, ਮੈਨੂੰ ਉੱਥੋਂ ਸਕੂਲ ਦਾ ਬੈਗ ਮਿਲੇਗਾ। ਹੁਣ ਇਹ ਹੈ ਤੇ ਫਿਰ ਮੁੜ ਕੇ ਗੱਲ ਫਿਰ ਉਹੀ ਵੀ ਆਪਣੀ ਅਵਸਥਾ ਤੇ ਗੱਲ ਆਉਂਦੀ ਹੈ। ਕਿਉਂਕਿ ਮੈਨੂੰ ਖਿਮਾ ਕਰਨਾ, ਮੈਂ ਅੱਜ ਇੱਕ ਗੱਲ ਕਹਿਣੀ ਚਾਹੁੰਦਾ। ਮੈਂ ਬੜਿਆਂ ਨੂੰ ਪੁੱਛਿਆ, ਉਹ ਕਹਿੰਦੇ ਜੀ ਸੇਵਾ ਕਰਦੇ ਆ, ਤੇ ਫਿਰ ਕਈ ਵਾਰੀ ਖੁਸ਼ ਮੂਡ 'ਚ ਹੋਈਏ ਤੇ ਬਿਠਾ ਲਈਦਾ ਵੀ ਤੇਰਾ ਕੰਮ ਧੰਦਾ ਕੀ ਹੈ। ਫਿਰ ਪਤਾ ਲੱਗਦਾ ਵੀ ਕੰਮ ਧੰਦਾ ਵੀ ਇਹੋ ਹੀ ਹੈ। ਆਪਣਾ ਕੋਈ ਬਿਜ਼ਨਸ ਨਹੀਂ ਹੈ, ਆਪਣਾ ਕੋਈ ਵਪਾਰ ਹੀ ਨਹੀਂ ਹੈ। ਵਪਾਰ ਵੀ ਸੇਵਾ ਹੀ ਹੈ। ਇਹਨਾਂ ਵੀਰਾਂ ਤੋਂ ਆਪਾਂ ਬਚੀਏ। ਹਰ ਬੰਦੇ ਨੂੰ ਕਿਰਤ ਕਰਨੀ ਚਾਹੀਦੀ ਹੈ, ਨਾਮ ਜਪਣਾ ਚਾਹੀਦਾ ਹੈ, ਵੰਡ ਛਕਣਾ ਚਾਹੀਦਾ ਹੈ, ਔਰ ਅਸੀਂ ਗੁਰੂ ਨੂੰ ਸਮਰਪਿਤ ਹੋਈਏ। ਤੁਸੀਂ ਵੇਖੋ ਵੀ ਜਿਹੜੇ ਲੋਕ ਅੱਜ ਬਾਣੀ ਤੋਂ ਲੋਕਾਂ ਨੂੰ ਕਹਿੰਦੇ ਨੇ ਵੀ ਸਮਾਨ ਮਿਲਦਾ, ਚੀਜ਼ਾਂ ਮਿਲਦੀਆਂ ਨੇ, ਉਹਨਾਂ ਬਾਣੀ ਪੜ੍ਹਨ ਵਾਲੇ ਨੂੰ ਫਿਰ ਕਹਿੰਦੇ ਨੇ ਤੁਸੀਂ ਸਾਨੂੰ ਦੇ ਦਿਓ ਜੀ। 10-15 ਮਿੰਟ ਰੋਜ਼ ਲਾਉਂਦੇ ਨੇ ਉਹ ਵੀ ਸਾਨੂੰ ਆਹ ਸਮਾਨ ਦਿਓ। ਪੁੱਛੋ ਵੀ ਤੁਹਾਨੂੰ ਨਹੀਂ ਮਿਲਦਾ ਇਸ ਗੱਲ ਤੋਂ? ਲੋਕਾਂ ਨੂੰ ਕਹਿਣਗੇ ਤੁਹਾਡੀਆਂ ਬਿਮਾਰੀਆਂ ਹਟਦੀਆਂ ਨੇ, ਤੇ ਤੁਸੀਂ ਬੰਗਲਾ ਸਾਹਿਬ ਜਾ ਕੇ ਅਖੰਡ ਪਾਠ ਕਿਉਂ ਕਰਾਉਂਦੇ ਹੋ ਜੇ ਤੁਹਾਡੀਆਂ ਬਿਮਾਰੀਆਂ ਕਿਉਂ ਨਹੀਂ ਹਟਦੀਆਂ? ਵੀ
ਤੁਹਾਨੂੰ ਵੀ ਪਤਾ ਵੀ ਇਹ ਵਡਿਆਈ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦੇ ਘਰ ਵਿੱਚ ਹੈ ਕਿ ਸ਼੍ਰੀ ਹਰਕ੍ਰਿਸ਼ਨ ਤੇ ਆਈ ਹੈ, ਜਿਸ ਡਿਠੈ ਸਭ ਦੁੱਖ ਜਾਏ। ਉੱਥੇ ਹੀ ਮਹਾਰਾਜ ਨੇ ਕਿਹਾ ਦੇ ਘਰ ਦੀ ਵਡਿਆਈ ਹੈ ਕਿ ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਵੋ ਪ੍ਰਭ ਸੋਗ। ਸੱਚੇ ਪਾਤਸ਼ਾਹ ਮਹਾਰਾਜ ਦੀ ਕੋਈ ਗੱਲ ਤਾਂ ਕਰੇ। ਲੋਕਾਂ ਨੂੰ ਕਹੀ ਜਾਣਾ ਇਬਾਦਤ ਤੋਂ ਸ਼ਹਾਦਤ ਹੈ, ਤੇ ਪੁੱਛੋ ਵੀ ਹੁਣ ਇਬਾਦਤ ਤੋਂ ਤੁਸੀਂ ਕਿਉਂ ਟੌਫੀਆਂ ਤੇ ਚਾਕਲੇਟ ਵੰਡਣ ਲੱਗ ਪਏ ਹੋ ਬਈ? ਤੁਸੀਂ ਇਹ ਰਸਤਾ ਤੁਸੀਂ ਕਿਉਂ ਨਹੀਂ ਅਪਣਾਉਂਦੇ? ਕਿ ਅੱਜ ਤੱਕ ਇੰਨੇ 100 ਸਾਲ ਹੋ ਗਏ ਸਿੱਖੀ ਨੂੰ, ਕਿਸੇ ਨੂੰ ਨਹੀਂ ਗੱਲ ਸਮਝ ਆਈ ਸੀ ਜਿਹੜੀ ਅੱਜ ਆਪਾਂ ਨੂੰ ਸਮਝ ਆ ਗਈ ਹੈ? ਨਹੀਂ। ਮੈਂ ਫਿਰ ਬੇਨਤੀ ਕਰਾਂ, ਜਿਹੜੇ ਵਿਅਕਤੀ ਬਾਬਾ ਦੀਪ ਸਿੰਘ ਜੀ ਦੀਆਂ ਬਖਸ਼ਿਸ਼ਾਂ ਦਾ, ਅਸੀਸਾਂ ਦਾ, ਰਹਿਮਤਾਂ ਦਾ ਜ਼ਿਕਰ ਕਰਦੇ ਨੇ, ਮੈਂ ਬੇਨਤੀ ਕਰਦਾ ਵੀ ਤੁਸੀਂ ਵੀ ਤਰਨਤਾਰਨ ਸਾਹਿਬ ਤੋਂ ਇੱਕ ਵਾਰੀ ਲਕੀਰ ਟੱਪ ਕੇ ਆਓ, ਸੀਸ ਭੇਟਾ ਕਰੋ, ਅੰਮ੍ਰਿਤ ਛਕੋ, ਨਿਤਨੇਮੀ ਬਣੋ, ਕੋਈ ਘਾਟਾ ਨਹੀਂ ਰਹੇਗਾ। ਟੈਂਡੇ ਸਿਮਰਨ ਹਬ ਕਿਛ ਲੱਦਮ, ਇਹ ਮੇਰੇ ਗੁਰੂ ਗ੍ਰੰਥ ਸਾਹਿਬ ਜੀ ਨੇ ਤੁਹਾਨੂੰ ਲਿਖ ਕੇ ਦਿੱਤਾ ਹੋਇਆ ਹੈ। ਕਦੇ ਹੋ ਸਕਦਾ ਹੈ ਕਿ ਤੁਸੀਂ ਪਾਠ ਕਰੋਗੇ, ਤੁਸੀਂ ਅੰਮ੍ਰਿਤ ਵੇਲੇ ਉੱਠੋਗੇ, ਸੱਚੇ ਪਾਤਸ਼ਾਹ ਨੂੰ ਪੁੱਛੋ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਫਿਰ ਕੀ ਹੋਏਗਾ? ਕਰਮੀ ਆਵੇ ਕੱਪੜਾ, ਫਿਰ ਕੀ ਹੋਏਗਾ? ਨਦਰੀ ਮੁਖ ਦੁਆਰ, ਮੁਕਤੀ ਵੀ ਮਿਲੇਗੀ, ਬਖਸ਼ਿਸ਼ ਰੂਪੀ ਕੱਪੜੇ ਵੀ ਆਉਣਗੇ, ਰਹਿਮਤ ਦੇ ਨਾਲ ਝੋਲੀਆਂ ਭਰਨਗੀਆਂ। ਹਾਂਜੀ। ਕਿਉ ਨਾ ਮਰੀਜੈ ਜਿਉੜਾ ਨਾ ਦੀਜੈ, ਜਾ ਸੋ ਭਇਆ ਵਿਡਾਣਾ। ਐਸੇ ਮਾਲਕ ਦੇ ਅੱਗੇ ਕਿਉਂ ਨਾ ਮਰਿਆ ਜਾਵੇ, ਕਿਉਂ ਨਾ ਜਿੰਦ ਉਸ ਮਾਲਕ ਦੇ ਅੱਗੇ ਅਰਪਣ ਕਰ ਦਿੱਤੀ ਜਾਵੇ ਜਿਹੜਾ ਇੰਨੀਆਂ ਵਡਿਆਈਆਂ ਦਾ ਮਾਲਕ ਹੈ। ਉਹਦੇ ਅੱਗੇ ਤਾਂ ਭਾਈ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਭਾਈ। ਇੰਨੇ ਸ਼ਬਦ ਪ੍ਰਵਾਨ ਕਰਨਾ। ਇੱਕ ਵਾਰ ਫਿਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਆਪ ਸੰਗਤਾਂ ਨੂੰ ਲੱਖ 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 ਵਧਾਈਆਂ। ਅੱਜ ਬਾਬਾ ਜੀ ਦੇ ਅਸਥਾਨ ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ। ਮੈਂ ਸਭ ਨੂੰ ਬੇਨਤੀ ਕਰਾਂਗਾ ਕਿ ਆਓ ਭਾਈ ਖੰਡੇ ਬਾਟੇ ਦੀ ਪੌੜ ਲੈ ਕੇ ਗੁਰੂ ਵਾਲੇ ਬਣੀਏ। ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਦਰਬਾਰ ਸਾਹਿਬ ਆ ਕੇ ਭੇਟਾ ਕੀਤਾ ਸੀ। ਆਪਾਂ ਵੀ ਆਪਣਾ ਸੀਸ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਨੂੰ ਅਰਪਣ ਕਰੀਏ। ਨਸ਼ੇ ਛੱਡੀਏ, ਵਕਾਰ ਛੱਡੀਏ, ਦੁਨਿਆਵੀ ਲੋਕਾਂ ਦੇ ਪ੍ਰਚਾਰ ਨੂੰ ਛੱਡ ਕੇ ਤਨ ਮਨ ਧਨ ਗੁਰੂ ਨੂੰ ਅਰਪਣ ਕਰਕੇ ਗੁਰੂ ਦੇ ਸਨਮੁਖ ਹੋ ਕੇ ਗੁਰੂ ਦੀਆਂ ਰਹਿਮਤਾਂ ਦੇ ਬਖਸ਼ਿਸ਼ਾਂ ਦੇ ਪਾਤਰ ਬਣੀਏ। ਹਾਂਜੀ। ਤੈ ਸਾਹਿਬ ਕੀ ਬਾਤ ਜੇ ਆਖੈ, ਕਹੋ ਨਾਨਕ ਕਿਆ ਦੀਜੈ। ਸੀਸ ਵੱਡੇ ਕਰ ਬੈਸੁਨ ਦੀਜੈ, ਵਿਨ ਸਿਰ ਸੇਵ ਕਰੀਜੈ। ਕਿਉ ਨ ਮਰੀਜੈ ਜਿਉੜਾ ਨਾ ਦੀਜੈ, ਜਾ ਸੋ ਭਇਆ ਵਿਡਾਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ